ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀਣਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਉਹਨਾਂ ਖਬਰਾਂ ਦੀ ਕਰਾਂਗੇ ਜਿਹੜੀਆਂ ਹਫ਼ਤਾ ਭਰ ਖਾਸ ਰਹੀਆਂ। ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੱਕਾ, ਹੱਕਾਂ ਵਾਸਤੇ ਸੜਕਾਂ ਤੇ ਉਤਰੇ ਵਿਦਿਆਰਥੀ। ਸਪਾਊਸ ਵੀਜ਼ਾ ਵਾਲਿਆਂ ਲਈ ਵੱਡੀ ਅਪਡੇਟ, 64,000 ਸਪਾਊਸ ਆਏ ਕੈਨੇਡਾ। ਮਹਿੰਗਾਈ ਨੇ ਕੀਤੇ ਕੈਨੇਡਾ ਵਾਸੀ ਔਖੇ, ਕਈਆਂ ਵਾਸਤੇ ਘਰ ਦਾ ਗੁਜ਼ਾਰਾ ਹੋਇਆ ਔਖਾ। ਸਪਾਊਸ ਵੀਜ਼ਾ ਵਾਲੇ ਕਰਨ ਕਿੰਨਾ ਇੰਤਜ਼ਾਰ, ਫਾਈਲਾਂ ਦੀ ਆਈ ਜਾਣਕਾਰੀ। ਇਸ ਹਫ਼ਤੇ ਜਾਣਕਾਰੀ ਸਾਹਮਣੇ ਆਈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਕੈਨੇਡਾ ਵਿੱਚ ਧੱਕਾ ਹੋ ਰਿਹਾ ਹੈ, ਜਿੱਥੇ ਉਹਨਾਂ ਨੂੰ ਸਮੈਸਟਰ ਡ੍ਰੌਪ ਕਰਨ ਵਾਸਤੇ ਕਿਹਾ ਜਾ ਰਿਹਾ ਹੈ। ਇਸ ਖਿਲਾਫ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਗਿਆ। ਇਹ ਵਿਦਿਆਰਥੀ ਸੜਕਾਂ ਦੇ ਉੱਪਰ ਨਜ਼ਰ ਆਏ, ਜਿਨ੍ਹਾਂ ਨੇ ਕਿਹਾ ਕਿ ਉਹ ਆਪਣੇ ਹੱਕ ਲੈ ਕੇ ਹੀ ਜਾਣਗੇ। ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੱਕਾ, ਹੱਕਾਂ ਲਈ ਸੜਕਾਂ ਤੇ ਉਤਰੇ ਵਿਦਿਆਰਥੀ। ਹੱਕ ਲੈਣ ਆਏ ਆ, ਹੱਕ ਲੈ ਕੇ ਜਾਵਾਂਗੇ। ਹੱਕ ਲੈਣ ਆਏ ਆ, ਹੱਕ ਲੈ ਕੇ ਜਾਵਾਂਗੇ। ਇੱਥੇ ਰੱਖ ਸਾਡਾ ਹੱਕ, ਇੱਥੇ ਰੱਖ ਸਾਡਾ ਹੱਕ, ਇੱਥੇ ਰੱਖ। ਕਈ ਵਿਦਿਆਰਥੀ ਅੱਖਾਂ ਵਿੱਚ ਸੁਪਨੇ ਸਜਾ ਕੇ ਕੈਨੇਡਾ ਜਾਂਦੇ ਨੇ। ਕੁਝ ਅਜਿਹੇ ਹੀ ਅੰਤਰਰਾਸ਼ਟਰੀ ਵਿਦਿਆਰਥੀ ਆਪਣੀਆਂ ਅੱਖਾਂ ਵਿੱਚ ਸੁਪਨੇ ਲੈ ਕੇ ਕੈਨੇਡਾ ਅੰਦਰ ਪੜ੍ਹਾਈ ਕਰਨ ਗਏ, ਪਰ ਇੱਥੇ ਉਹਨਾਂ ਨਾਲ ਧੱਕਾ ਹੋ ਰਿਹਾ ਤੇ ਹੁਣ ਇਹ ਵਿਦਿਆਰਥੀ ਆਪਣੇ ਹੱਕਾਂ ਵਾਸਤੇ ਸੜਕਾਂ ਤੇ ਉਤਰੇ ਨੇ, ਜਿਨ੍ਹਾਂ ਵੱਲੋਂ ਦਿਨ ਰਾਤ ਪ੍ਰਦਰਸ਼ਨ ਕੀਤਾ ਜਾ ਰਿਹਾ। ਇਹ ਵਿਦਿਆਰਥੀ ਕਹਿੰਦੇ ਨੇ ਕਿ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਨੇ। ਤਾਜ਼ਾ ਮਾਮਲਾ ਅਲਫਾ ਇੰਟਰਨੈਸ਼ਨਲ ਅਕੈਡਮੀ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਐਡਮਿਸ਼ਨ ਤਾਂ ਦੇ ਦਿੱਤੀ ਗਈ, ਪਰ ਹੁਣ ਉਹਨਾਂ ਨੂੰ ਸਮੈਸਟਰ ਡ੍ਰੌਪ ਕਰਨ ਵਾਸਤੇ ਕਿਹਾ ਜਾ ਰਿਹਾ। ਜੇਕਰ ਇਹ ਵਿਦਿਆਰਥੀ ਸਮੈਸਟਰ ਡ੍ਰੌਪ ਕਰਦੇ ਨੇ ਤਾਂ ਇਸ ਦਾ ਅਸਰ ਉਹਨਾਂ ਦੇ ਭਵਿੱਖ ਦੇ ਉੱਪਰ ਪਵੇਗਾ। ਇਸ ਕਾਰਨ ਇਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਕਾਰਨ ਹੁਣ ਇਹ ਵਿਦਿਆਰਥੀ ਲਗਾਤਾਰ ਹੱਕਾਂ ਵਾਸਤੇ ਲੜ ਰਹੇ ਹਨ, ਜਿਨ੍ਹਾਂ ਵੱਲੋਂ ਦਿਨ ਰਾਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਦੋਂ ਆ ਜਾਂਦੀ ਹੈ, ਸਭ ਤੋਂ ਪਹਿਲਾਂ ਆਪਣੇ ਲਾਇਰ ਸਾਹਿਬ ਇੱਥੇ ਆਪਣੇ ਨਾਲ ਹੈ, ਉਹ ਗੱਲ ਕਰਨਗੇ। ਤੇ ਦੂਜੀ ਗੱਲ ਮੈਂ ਇੱਥੇ ਮੈਂਸ਼ਨ ਕਰਨੀ ਚਾਹੁੰਦਾ, ਜਿਹੜੀ ਇੱਥੇ ਆਪਣਾ ਅੰਦਰ ਆਉਣ ਦਾ ਰੀਜ਼ਨ, ਇਹਨਾਂ ਨੇ ਆਪਾਂ ਨੂੰ ਇੱਥੋਂ ਸਮਾਨ ਚੱਕ ਕੇ ਆਪਣਾ ਬਾਹਰ ਸਿੱਟਿਆ ਸੀ। ਇਹਨਾਂ ਨੇ ਸਿੱਟਿਆ ਸੀ, ਜਮਾ ਨਿਆਇ ਧੱਕਾ ਕੀਤਾ ਸੀ। ਇਹਨਾਂ ਨੂੰ ਅੱਜ ਉਹ ਚੀਜ਼ ਦੱਸਣ ਆਏ ਆ ਵੀ ਜੇ ਤੁਹਾਨੂੰ ਧੱਕਾ ਕਰਨਾ ਆਉਂਦਾ ਤਾਂ ਸਹਿਣਾ ਵੀ ਸਿੱਖੋ। ਅੱਜ ਤੁਹਾਨੂੰ ਅਸੀਂ ਕਰਕੇ ਦਿਖਾਉਣੇ ਆ। ਉਹ ਤੁਸੀਂ ਉਹੀ ਬੰਦੇ ਆ ਇਹ ਜਿਹੜੇ ਇੱਥੇ ਆ ਕੇ ਇੱਥੇ ਖੜ ਕੇ ਬੋਲਦੇ ਸੀ, ਜਿਹੜੇ ਕਹਿੰਦੇ ਸੀ ਵੀ ਚੱਕੋ ਸਮਾਨ ਤੇ ਤੁਰ ਜਾਓ। ਅੱਜ ਅੰਦਰ ਬਣੇ ਖੜੇ ਆ, ਕੋਈ ਕਿਸੇ ਦੀ ਹਿੰਮਤ ਨਹੀਂ ਆਉਂਦੀ ਵੀ ਕੋਈ ਬਾਹਰ ਨਿਕਲ ਜਾਏ। ਜਿਹੜੇ ਬੰਦੇ ਅੱਜ ਉੱਥੇ ਖੜ ਕੇ ਆਪਾਂ ਨੂੰ ਅੱਖਾਂ ਕੱਢਦੇ ਸੀ, ਅੱਜ ਬਾਹਰ ਨਹੀਂ ਨਿਕਲ ਸਕਦੇ। ਇਹੀ ਕਾਰਨ ਹੈ ਯੂਨਿਟੀ ਦਾ। ਆਪਾਂ ਸਾਰੇ ਬੰਦੇ ਯੂਨਿਟੀ ਕਰ ਲਓ ਬਾਈ, ਚੰਗੇ ਰਹੋਗੇ। ਹਰ ਵਾਰੀ ਜਲੀਲ ਨਾ ਹੋਇਆ ਕਰੋ। ਇਕੱਠੇ ਹੋ ਜਾਓ, ਸਾਰੀਆਂ ਕਮਿਊਨਿਟੀ, ਕੱਲੀ ਆਪਣੀ ਨਹੀਂ, ਸਾਰੀਆਂ ਕਮਿਊਨਿਟੀਜ਼ ਇਕੱਠੇ ਹੋ ਜਾਓ। ਹਰ ਜਿੱਥੇ ਤੁਹਾਡੇ ਨਾਲ ਧੱਕਾ ਹੁੰਦਾ, ਖੜਨਾ ਸਿੱਖ ਲਓ। ਜੇ ਅੱਜ ਖੜੇ ਆ ਤਾਂ ਅੰਦਰ ਵਾੜੇ ਆ। ਜੇ ਹਰ ਥਾਂ ਤੇ ਜਿੱਥੇ ਖੜੇ ਆ, ਇਕੱਠੇ ਹੋ ਕੇ ਖੜੇ ਆ, ਚਾਹੇ ਉਹ ਫਾਰਮਲ ਪ੍ਰੋਟੈਸਟ ਹੈ ਜਾਂ ਕੋਈ ਵੀ ਹੋਰ ਜਿੱਥੇ ਵੀ ਧਰਨਾ ਲੱਗਦਾ, ਜਦੋਂ ਇਕੱਠੇ ਹੋ ਜਾਂਦੇ ਸਾਰੇ ਖੂੰਜੇ ਲੱਗ ਜਾਂਦੇ, ਵੱਡੇ ਜਿਹੜੇ ਬਦਮਾਸ਼ ਬਣਦੇ ਆ। ਅੱਜ ਵੀ ਸਾਰੇ ਅੰਦਰ ਆ, ਕੋਈ ਕਾਲਜ ਦੀ ਯੂਨਿਟੀ। ਇਸ ਹਫ਼ਤੇ ਸਪਾਊਸ ਵੀਜ਼ਾ ਵਾਲਿਆਂ ਦੀ ਵੱਡੀ ਖਬਰ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਹੁਣ ਤੱਕ ਕਿੰਨੇ ਸਪਾਊਸ ਵੀਜ਼ਾ ਵਾਲੇ ਕੈਨੇਡਾ ਦੀ ਧਰਤੀ ਦੇ ਉੱਪਰ ਆਏ ਨੇ। 10 ਦੇਸ਼ਾਂ ਦੀ ਲਿਸਟ ਜਾਰੀ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਭਾਰਤ ਵਿੱਚੋਂ ਸਭ ਤੋਂ ਵੱਧ ਸਪਾਊਸ ਵੀਜ਼ਾ ਵਾਲੇ ਕੈਨੇਡਾ ਵਿੱਚ ਆਏ। ਕੈਨੇਡਾ ਤੋਂ ਸਪਾਊਸ ਵੀਜ਼ੇ ਨਾਲ ਜੁੜੀ ਹੋਈ ਅਪਡੇਟ ਸਾਹਮਣੇ ਆਈ ਹੈ। ਬਹੁਤ ਸਾਰੇ ਸਪਾਊਸ ਵੀਜ਼ਾ ਵਾਲੇ ਅਜਿਹੇ ਨੇ ਜਿਹੜੇ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਬਹੁਤ ਲੋਕਾਂ ਨੂੰ ਉਡੀਕ ਹੈ ਕਿ ਕਦੋਂ ਇਮੀਗ੍ਰੇਸ਼ਨ ਵਿਭਾਗ ਉਹਨਾਂ ਦੀਆਂ ਫਾਈਲਾਂ ਤੇ ਫੈਸਲਾ ਸੁਣਾਵੇਗਾ, ਪਰ ਹੁਣ ਇਮੀਗ੍ਰੇਸ਼ਨ ਵਿਭਾਗ ਵੱਲੋਂ ਦੱਸਿਆ ਗਿਆ ਕਿ 2021 ਦੌਰਾਨ ਉਹਨਾਂ ਨੇ ਕਿੰਨੇ ਸਪਾਊਸਸ ਨੂੰ ਦੇਸ਼ ਵਿੱਚ ਦਾਖਲੇ ਦੀ ਇਜਾਜ਼ਤ ਯਾਨੀ ਕਿ ਵੀਜ਼ਾ ਦਿੱਤਾ ਹੈ। ਇਮੀਗ੍ਰੇਸ਼ਨ ਵਿਭਾਗ ਦੇ ਦੱਸਣ ਮੁਤਾਬਕ 2021 ਦੌਰਾਨ 64,000 ਸਪਾਊਸਸ ਕਾਮਨ ਲਾਅ ਪਾਰਟਨਰ ਕੈਨੇਡਾ ਵਿੱਚ ਆਏ। ਇਹਨਾਂ ਵਿੱਚੋਂ ਜ਼ਿਆਦਾਤਰ ਗਿਣਤੀ ਭਾਰਤ ਤੋਂ ਆਉਣ ਵਾਲਿਆਂ ਦੀ ਸੀ। ਪਿਛਲੇ ਸਾਲ ਕੈਨੇਡੀਅਨਸ ਵੱਲੋਂ ਭਾਰਤ ਤੋਂ 10,715 ਨੂੰ ਸਪਾਂਸਰ ਕੀਤਾ, ਜਿਸ ਦੀ ਜਾਣਕਾਰੀ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ। ਇਸ ਤੋਂ ਬਾਅਦ ਦੂਸਰਾ ਨੰਬਰ ਯੂਐਸ ਦਾ ਆਉਂਦਾ ਹੈ, ਜਿੱਥੋਂ 4,810 ਸਪਾਊਸਸ ਅਤੇ ਪਾਰਟਨਰਸ ਦੀ ਗਿਣਤੀ ਦੱਸੀ ਗਈ। ਹੁਣ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਹ ਅੰਕੜਾ ਜੋ ਇਮੀਗ੍ਰੇਸ਼ਨ ਵਿਭਾਗ ਵੱਲੋਂ 10 ਦੇਸ਼ਾਂ ਬਾਰੇ ਦੱਸਿਆ ਗਿਆ। ਉਹਨਾਂ ਨੇ ਦੱਸਿਆ ਹੈ ਕਿ ਕਿਹੜੇ ਦੇਸ਼ ਤੋਂ ਕਿੰਨੇ ਸਪਾਂਸਰਡ ਇਮੀਗ੍ਰੈਂਟਸ ਸਪਾਊਸ ਵੀਜ਼ਾ ਨਾਲ ਜੁੜੇ ਹੋਏ ਆਏ। ਭਾਰਤ ਤੋਂ ਇਹ ਗਿਣਤੀ 10,715, ਯੂਐਸ 4,810, ਫਿਲੀਪੀਨਸ 4,805, ਚਾਈਨਾ
4,265, पाकिस्तान 2,740, वियतनाम 1,945, यूके 1,905, मैक्सीको 1,575, जमैका 1,345, फ्रांस तो एक गिणती 1,125 ਦੀ ਦੱਸੀ ਗਈ। ਇਸ ਤੋਂ ਇਲਾਵਾ ਦੱਸ ਦਈਏ ਕਿ IRCC ਦਾ ਕਹਿਣਾ ਹੈ ਕਿ ਸਪਾਊਸ ਵੀਜ਼ਾ ਸੰਬੰਧੀ 12 ਮਹੀਨਿਆਂ ਦੀ ਪ੍ਰੋਸੈਸਿੰਗ ਦਾ ਸਮਾਂ ਲੱਗਦਾ ਹੈ, ਜੋ ਕਿ ਕਰੋਨਾ ਕਾਰਨ ਕਾਫੀ ਜ਼ਿਆਦਾ ਵੀ ਲੱਗ ਰਿਹਾ ਸੀ। ਇਸ ਤੋਂ ਬਾਅਦ ਵਿਭਾਗ ਨੇ ਇਹਨਾਂ ਫਾਈਲਾਂ ਸੰਬੰਧੀ ਇੱਕ ਰਾਹਤ ਵੀ ਦਿੱਤੀ ਸੀ, ਜਿੱਥੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਸਪਾਊਸ ਵੀਜ਼ਾ ਵਾਸਤੇ ਅਰਜ਼ੀਆਂ ਦਿੱਤੀਆਂ ਹੋਈਆਂ ਨੇ ਉਹ ਘਰ ਵਿੱਚ ਬਹਿ ਕੇ ਆਨਲਾਈਨ ਸਟੇਟਸ ਚੈੱਕ ਕਰ ਸਕਣਗੇ। ਵਿਭਾਗ ਵੱਲੋਂ ਹੁਣ ਇਮੀਗ੍ਰੇਸ਼ਨ 'ਚ ਸੁਧਾਰ ਸੰਬੰਧੀ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। ਮਹਿੰਗਾਈ ਕਾਰਨ ਕੈਨੇਡਾ ਵਾਸੀ ਔਖੇ ਹੋ ਰਹੇ ਨੇ। ਤੇਲ ਦੀਆਂ ਕੀਮਤਾਂ ਤੇ ਖਾਣ ਪੀਣ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ, ਜਿਸ ਕਾਰਨ ਕੈਨੇਡਾ ਵਾਸੀ ਆਪਣੀ ਪਰੇਸ਼ਾਨੀ ਵੀ ਦੱਸ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਰਿਹਾ ਹੈ। ਕੈਨੇਡਾ ਵਿੱਚ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਕਾਰਨ ਲੋਕ ਖਾਸੇ ਪਰੇਸ਼ਾਨ ਹੋ ਰਹੇ ਨੇ। ਹੁਣ ਇਸ ਮਹਿੰਗਾਈ ਤੋਂ ਤੰਗ ਆ ਕੇ ਕੈਨੇਡੀਅਨਸ ਆਪਣੀ ਪਰੇਸ਼ਾਨੀ ਦੱਸਦੇ ਹੋਏ ਦਿਖਾਈ ਦੇ ਰਹੇ ਨੇ। ਅੱਧੇ ਤੋਂ ਜ਼ਿਆਦਾ ਕੈਨੇਡੀਅਨਸ ਇਸ ਵੇਲੇ ਉਹ ਹਨ ਜਿਨ੍ਹਾਂ ਲਈ ਬਹੁਤ ਔਖਾ ਹੈ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ, ਕਿਉਂਕਿ ਮਹਿੰਗਾਈ ਰੋਜ਼ਾਨਾ ਵਧ ਰਹੀ ਹੈ। ਇਸ ਬਾਰੇ ਇੱਕ ਸਰਵੇ ਵੀ ਸਾਹਮਣੇ ਆਇਆ, ਜਿਸ ਤੋਂ ਕਾਫੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ, ਜਿਸ ਤੋਂ ਪਤਾ ਚੱਲਿਆ ਕਿ ਕੈਨੇਡੀਅਨਸ ਵੱਧ ਰਹੀ ਮਹਿੰਗਾਈ ਕਾਰਨ ਕਿੰਨੇ ਪਰੇਸ਼ਾਨ ਹੋ ਰਹੇ ਨੇ। ਹੁਣ ਇਸ ਬਾਰੇ ਅੰਗਸ ਟ੍ਰੇਡ ਇੰਸਟੀਚਿਊਟ ਵੱਲੋਂ ਜਿਹੜਾ ਸਰਵੇ ਕਰਵਾਇਆ ਗਿਆ ਉਹ ਸਾਹਮਣੇ ਆਇਆ। ਇਸ ਸਰਵੇ ਵਿੱਚ 1,992 ਕੈਨੇਡੀਅਨਸ ਨੇ ਹਿੱਸਾ ਲਿਆ, ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਵੱਧ ਰਹੀ ਮਹਿੰਗਾਈ ਕਾਰਨ ਉਹ ਪਰੇਸ਼ਾਨ ਹੋ ਰਹੇ ਨੇ। ਸਰਵੇ ਮੁਤਾਬਕ 49% ਰਿਸਪੋਂਡੈਂਟਸ ਦਾ ਕਹਿਣਾ ਹੈ ਕਿ ਉਹਨਾਂ ਵਾਸਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਕਾਫੀ ਔਖਾ ਹੋ ਰਿਹਾ ਹੈ, ਕਿਉਂਕਿ ਖਾਣ ਪੀਣ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ। ਸਾਲ ਬਰ ਸਾਲ ਇਹਨਾਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ, ਜੋ ਕਿ ਹੁਣ 8.7% ਨਾਲ ਵੱਧ ਦੱਸੀਆਂ ਜਾ ਰਹੀਆਂ ਨੇ। ਅੰਗਸ ਟ੍ਰੇਡ ਇੰਸਟੀਚਿਊਟ ਵੱਲੋਂ ਇਸ ਬਾਰੇ ਜੋ ਪਹਿਲਾਂ ਸਰਵੇ ਕਰਵਾਇਆ ਗਿਆ ਸੀ ਉਸ ਵਿੱਚ ਇਹ ਗਿਣਤੀ 36% ਸੀ, ਜੋ ਕਿ ਹੁਣ ਵੱਧ ਕੇ 49% ਹੋ ਗਈ। 36% ਕੈਨੇਡੀਅਨਸ ਕਹਿੰਦੇ ਨੇ ਕਿ ਪਹਿਲਾਂ ਦੇ ਮੁਕਾਬਲੇ ਉਹਨਾਂ ਦੀ ਆਰਥਿਕ ਸਥਿਤੀ ਕਾਫੀ ਜ਼ਿਆਦਾ ਖਰਾਬ ਹੋ ਗਈ ਹੈ, ਜਦਕਿ 24% ਕਹਿੰਦੇ ਨੇ ਕਿ ਉਹਨਾਂ ਦੀ ਆਰਥਿਕਤਾ ਦੀ ਸਥਿਤੀ ਵਿੱਚ ਪਹਿਲਾਂ ਦੇ ਮੁਕਾਬਲੇ ਸੁਧਾਰ ਹੋਇਆ ਹੈ। 39% ਕਹਿੰਦੇ ਨੇ ਕਿ ਉਹਨਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਵਿੱਚ ਕੋਈ ਵੀ ਬਦਲਾਵ ਨਹੀਂ ਆਇਆ, ਉਹ ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਮੌਜੂਦਾ ਸਮੇਂ ਵਿੱਚ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਲਗਾਤਾਰ ਮਹਿੰਗਾਈ ਵਧ ਰਹੀ ਹੈ। ਪਿਛਲੇ ਦਿਨੀ ਸਟੈਟਿਸਟਿਕਸ ਕੈਨੇਡਾ ਵੱਲੋਂ ਆંકੜੇ ਪੇਸ਼ ਕੀਤੇ ਗਏ, ਜਿਸ ਵਿੱਚ ਪਤਾ ਚੱਲਿਆ ਕਿ ਇਨਫਲੇਸ਼ਨ ਰੇਟ ਨੇ 31 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਹੁਣ ਕੈਨੇਡੀਅਨਸ ਇਸ ਕਾਰਨ ਕਾਫੀ ਜ਼ਿਆਦਾ ਪਰੇਸ਼ਾਨ ਨੇ। ਇਸ ਤੋਂ ਇਲਾਵਾ ਜਿਹੜੇ ਇਮੀਗ੍ਰੈਂਟਸ ਕੈਨੇਡਾ ਵਿੱਚ ਜਾਂਦੇ ਨੇ ਉਹ ਵੀ ਆਪਣੀ ਪਰੇਸ਼ਾਨੀ ਦੱਸ ਰਹੇ ਨੇ ਕਿ ਕਿਵੇਂ ਉਹਨਾਂ ਵਾਸਤੇ ਕੈਨੇਡਾ ਵਿੱਚ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਬਹੁਤ ਸਾਰੇ ਇਮੀਗ੍ਰੈਂਟਸ ਤਾਂ ਇਹ ਵੀ ਕਹਿ ਰਹੇ ਨੇ ਕਿ ਉਹ ਵਿਚਾਰ ਕਰ ਰਹੇ ਹਨ ਕਿ ਕੈਨੇਡਾ ਛੱਡ ਦੇਣ, ਕਿਉਂਕਿ ਉਹਨਾਂ ਵਾਸਤੇ ਗੁਜ਼ਾਰਾ ਕਰਨਾ ਮੁਮਕਿਨ ਨਹੀਂ ਹੈ। ਸਪਾਊਸ ਵੀਜ਼ਾ ਵਾਲਿਆਂ ਨੂੰ ਕਿੰਨਾ ਇੰਤਜ਼ਾਰ ਕਰਨਾ ਪਵੇਗਾ, ਇਸ ਦੇ ਪ੍ਰੋਸੈਸਿੰਗ ਟਾਈਮ ਵਾਲੀ ਜਾਣਕਾਰੀ IRCC ਵੱਲੋਂ ਦਿੱਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਵੀਜ਼ਿਆਂ ਦੀ ਪ੍ਰੋਸੈਸਿੰਗ ਬਾਰੇ ਦੱਸਿਆ ਗਿਆ ਹੈ ਕਿ ਕਿੰਨੇ ਸਮੇਂ ਦਾ ਇੰਤਜ਼ਾਰ ਕਰਨਾ ਪਵੇਗਾ। ਤੁਹਾਡੀਆਂ ਇਮੀਗ੍ਰੇਸ਼ਨ ਦੀਆਂ ਫਾਈਲਾਂ ਤੇ ਫੈਸਲਾ ਆਉਣ ਵਿੱਚ ਕਿੰਨਾ ਸਮਾਂ ਲੱਗੇਗਾ, ਇਸ ਬਾਰੇ IRCC ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਕਿਹੜੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਕਿੰਨਾ ਸਮਾਂ ਲੱਗਣ ਵਾਲਾ ਹੈ। ਹਾਲ ਹੀ ਵਿੱਚ IRCC ਵਿਭਾਗ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਨਾਲ ਹੀ ਉਹਨਾਂ ਦੱਸਿਆ ਕਿ 2.13 ਮਿਲੀਅਨ ਲੋਕ ਇਸ ਸਮੇਂ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ। ਵਿਭਾਗ ਵੱਲੋਂ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਜਲਦ ਫਾਈਲਾਂ ਦੇ ਉੱਪਰ ਫੈਸਲਾ ਸੁਣਾਇਆ ਜਾਵੇ। ਦੱਸ ਦਈਏ ਕਿ ਸਿਟੀਜ਼ਨਸ਼ਿਪ ਐਂਡ PR ਕਾਰਡ ਵਾਸਤੇ ਸਿਟੀਜ਼ਨਸ਼ਿਪ ਗ੍ਰਾਂਟ ਵਿੱਚ 27 ਮਹੀਨੇ, ਸਿਟੀਜ਼ਨਸ਼ਿਪ ਸਰਟੀਫਿਕੇਟ 17 ਮਹੀਨੇ, ਰਿਜ਼ੰਪਸ਼ਨ ਆਫ ਸਿਟੀਜ਼ਨਸ਼ਿਪ 23 ਮਹੀਨੇ, ਸਰਚ ਆਫ ਸਿਟੀਜ਼ਨਸ਼ਿਪ ਰਿਕਾਰਡ 15 ਮਹੀਨੇ, ਨਿਊ PR ਕਾਰਡ 93 ਦਿਨ, ਰੀਨਿਊਇੰਗ PR ਕਾਰਡ 63 ਦਿਨ ਦਾ ਸਮਾਂ ਲੱਗ ਰਿਹਾ ਹੈ। ਫੈਮਿਲੀ ਸਪਾਂਸਰਸ਼ਿਪ ਅਧੀਨ ਸਪਾਊਸ ਔਰ ਕਾਮਨ ਲਾਅ ਪਾਰਟਨਰ ਲਿਵਿੰਗ ਆਊਟਸਾਈਡ ਕੈਨੇਡਾ 22 ਮਹੀਨੇ, ਸਪਾਊਸ ਔਰ ਕਾਮਨ ਲਾਅ ਪਾਰਟਨਰ ਲਿਵਿੰਗ ਇਨਸਾਈਡ ਕੈਨੇਡਾ 15 ਮਹੀਨੇ, पेरेंट्स एंड ग्रैंड पेरेंट्स वास्ते 33 महीने का समा लग रहा है। कैनेडियन पासपोर्ट बारे जानकारी दी गई, जिस विच दस्या इन कैनेडा न्यू पासपोर्ट वास्ते 10 बिजनेस डे, इन कैनेडा न्यू पासपोर्ट रेगुलर एप्लीकेशन सबमिटेड बाय मेल टू सर्विस कैनेडा सेंटर 20 बिजनेस डे, इन कैनेडा न्यू पासपोर्ट स्टैंडर्ड पिकअप 10 बिजनेस डे, इन कैनेडा अर्जेंट पिकअप बाय द एंड ऑफ नेक्स्ट बिजनेस डे, इन कैनेडा एक्सप्रेस पिकअप 2 ਤੋਂ 9 ਬਿਜ਼ਨਸ ਡੇ, ਰੈਗੂਲਰ ਪਾਸਪੋਰਟ ਐਪਲੀਕੇਸ਼ਨ ਮੇਲ ਫਰੋਮ ਆਊਟਸਾਈਡ ਕੈਨੇਡਾ 10 ਬਿਜ਼ਨਸ ਡੇ ਦਾ ਸਮਾਂ ਲੱਗ ਰਿਹਾ ਹੈ।
ਇਕਨੋਮਿਕ ਕਲਾਸ ਅਧੀਨ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਸਤੇ 9 ਮਹੀਨੇ, ਫੈਡਰਲ ਸਕਿਲਡ ਵਰਕਰ 27 ਮਹੀਨੇ, ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ 40 ਮਹੀਨੇ, प्रोविंशियल नॉमिनेशन प्रोग्राम 22 महीने, नॉन एक्सप्रेस एंट्री PNP 27 महीने, क्यूबिक स्किल्ड वर्कर 31 महीने, क्यूबिक बिजनेस क्लास 64 महीने, फेडरल सेल्फ एम्प्लॉयड 41 महीने, एटलांटिक इमीग्रेशन प्रोग्राम 15 महीने, स्टार्टअप वीज़ा वास्ते 31 महीने का समा लग रहा है। इस हफ्ते NRI भाईचारे वास्ते पंजाब तो चंगी खबर सामने आई, जिथे होर कई जिलों में NRI कोर्ट बनाने संबंधी जानकारी दी गई। पंजाब सरकार ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਹੁਣ ਹੋਰ 5 ਜ਼ਿਲ੍ਹਿਆਂ ਵਿੱਚ NRI ਕੋਰਟ ਬਣਾਏ ਜਾਣਗੇ। ਪੰਜਾਬ ਤੋਂ NRI ਕੋਰਟ ਸੰਬੰਧੀ ਇੱਕ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਹੁਣ ਪੰਜਾਬ ਵਿੱਚ ਹੋਰ ਵੀ NRI ਵਾਸਤੇ ਕੋਰਟ ਖੋਲੇ ਜਾਣਗੇ ਤਾਂ ਕਿ ਜਿਹੜੇ ਕਾਫੀ ਲੰਬੇ ਸਮੇਂ ਤੋਂ ਲਟਕ ਰਹੇ ਕੇਸ ਨੇ ਉਹਨਾਂ ਉੱਪਰ ਫੈਸਲਾ ਸੁਣਾਇਆ ਜਾਵੇ। ਜੀ ਹਾਂ, ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਹੁਣ ਜਲੰਧਰ ਤੋਂ ਇਲਾਵਾ ਹੋਰ ਵੀ ਕਈ ਜ਼ਿਲ੍ਹਿਆਂ ਵਿੱਚ ਫਾਸਟ ਟਰੈਕ NRI ਕੋਰਟ ਖੋਲੇ ਜਾਣਗੇ। ਸਰਕਾਰ ਦੀ ਯੋਜਨਾ ਹੈ ਕਿ 5 ਇਸ ਤਰ੍ਹਾਂ ਦੇ ਹੋਰ ਕੋਰਟ ਬਣਾਏ ਜਾਣ, ਜਿੱਥੇ ਇੱਕ ਬਠਿੰਡਾ, ਇੱਕ ਨਵਾਂ ਸ਼ਹਿਰ, ਇੱਕ ਪਟਿਆਲਾ ਤੇ ਇੱਕ ਹੁਸ਼ਿਆਰਪੁਰ ਮੋਗਾ ਦੇ ਵਿੱਚ ਕੋਰਟ ਬਣਾਇਆ ਜਾਵੇਗਾ। ਇਸ ਸੰਬੰਧੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਐਂਡ ਜਸਟਿਸ ਵੱਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ। ਦੱਸ ਦਈਏ ਕਿ NRI ਅਫੇਅਰ ਮਿਨਿਸਟਰ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਬਹੁਤ ਸਾਰੇ NRI ਦੇ ਕੇਸ ਅਜੇ ਪੈਂਡਿੰਗ ਪਏ ਹਨ। ਇਸ ਦੀ ਗਿਣਤੀ ਉਹਨਾਂ ਨੇ 2500 ਦੇ ਕਰੀਬ ਦੱਸੀ। ਹੁਣ ਇਹਨਾਂ ਕੇਸਾਂ ਉੱਪਰ ਜਲਦੀ ਫੈਸਲਾ ਸੁਣਾਇਆ ਜਾਵੇ, ਇਸ ਕਾਰਨ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। ਪਹਿਲਾਂ NRI ਦਾ ਕੋਰਟ ਸਿਰਫ ਜਲੰਧਰ ਵਿੱਚ ਸੀ, ਪਰ ਹੁਣ ਬਾਕੀ ਜ਼ਿਲ੍ਹਿਆਂ ਵਿੱਚ ਵੀ ਖੁੱਲ੍ਹਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਬਾਰੇ ਸਰਕਾਰ ਵੱਲੋਂ ਦੱਸਿਆ ਗਿਆ ਤੇ ਇਸ ਦੀ ਸਾਰੀ ਡਿਟੇਲ NRI ਅਫੇਅਰਸ ਮਿਨਿਸਟਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸਾਂਝੀ ਕੀਤੀ ਗਈ। ਹੁਣ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ NRI ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਕੁਝ ਰਾਹਤ ਮਿਲੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਸ ਹਫ਼ਤੇ ਵਿਰੋਧ ਹੋਇਆ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਅਜਿਹਾ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਇਸ ਕਾਰਨ ਆਪਣਾ ਇੱਕ ਇਵੈਂਟ ਵੀ ਰੱਦ ਕਰ ਦਿੱਤਾ। ਨਸਲੀ ਟਿੱਪਣੀਆਂ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਡਿਨਰ ਦੀ ਯੋਜਨਾ ਰੱਦ ਕਰ ਦਿੱਤੀ ਗਈ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਰੀ ਵਿੱਚ ਇੱਕ ਫੰਡ ਰੇਜ਼ਿੰਗ ਡਿਨਰ ਵਿੱਚ ਸ਼ਿਰਕਤ ਕਰਨ ਦੀ ਯੋਜਨਾ ਸੀ, ਜਿਸ ਨੂੰ ਰੱਦ ਕਰਨਾ ਪੈ ਗਿਆ। ਇਸ ਇਵੈਂਟ ਦੇ ਸਪਾਂਸਰਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਸਰੀ ਦੇ ਕਨਵੈਨਸ਼ਨ ਸੈਂਟਰ ਵਿੱਚ ਇਸ ਇਵੈਂਟ ਅੰਦਰ ਜ਼ਿਆਦਾਤਰ ਸਾਊਥ ਏਸ਼ੀਅਨ ਭਾਈਚਾਰੇ ਨਾਲ ਸੰਬੰਧਿਤ ਲੋਕ ਪਹੁੰਚੇ ਸਨ ਅਤੇ ਪ੍ਰਦਰਸ਼ਨ ਕਰਨ ਵਾਲਿਆਂ ਨੇ ਉਹਨਾਂ ਲੋਕਾਂ ਦੇ ਇਵੈਂਟ ਵਿੱਚ ਦਾਖਲ ਹੋਣ ਲੱਗਿਆਂ ਨਸਲੀ ਟਿੱਪਣੀਆਂ ਕੀਤੀਆਂ। ਟਰੂਡੋ ਬਿਲਡਿੰਗ ਵਿੱਚ ਦਾਖਲ ਨਹੀਂ ਹੋਏ ਅਤੇ ਉਹਨਾਂ ਨੇ ਇਨ ਪਰਸਨ ਤਰੀਕੇ ਨਾਲ ਭਾਸ਼ਣ ਦੇਣ ਦੀ ਬਜਾਏ ਜ਼ੂਮ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਜ਼ੂਮ ਰਾਹੀਂ ਕਰੀਬ 3 ਮਿੰਟ ਤੱਕ ਭੀੜ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਆਪਣੇ ਡੈਮੋਕ੍ਰੇਸੀ ਦੇ ਅਧਿਕਾਰਾਂ ਦੀ ਵਰਤੋਂ ਕਰਨ ਤੋਂ ਰੋਕਿਆ ਨਹੀਂ ਜਾਣਾ ਚਾਹੀਦਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹ ਭਵਿੱਖ ਵਿੱਚ ਸਰੀ ਦੇ ਆਪਣੇ ਸਪੋਰਟਰਸ ਨੂੰ ਮਿਲਣ ਜ਼ਰੂਰ ਆਉਣਗੇ। ਇਸ ਪ੍ਰੋਗਰਾਮ ਨੂੰ ਕਰਵਾਉਣ ਵਾਲੇ ਜਿਹੜੇ ਆਰਗੇਨਾਈਜ਼ਰ ਸਨ, ਉਹਨਾਂ ਨੇ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਲੋਕਾਂ ਨੂੰ ਕਿਹਾ ਕਿ ਉਹ ਸੁਰੱਖਿਅਤ ਮਹਿਸੂਸ ਕਰਨ ਅਤੇ ਖਾਣ ਪੀਣ ਦਾ ਲੁਤਫ ਉਠਾਉਣ। ਇਸ ਤੋਂ ਇਲਾਵਾ ਡਿਫੈਂਸ ਮਿਨਿਸਟਰ ਅਨੀਤਾ ਆਨੰਦ ਵੱਲੋਂ ਭੀੜ ਨੂੰ ਸੰਬੋਧਨ ਕੀਤਾ ਗਿਆ। ਇਸ ਤੋਂ ਇਲਾਵਾ ਲਿਬਰਲ ਪਾਰਟੀ ਦੇ ਇੱਕ ਸਟਾਫਰ ਨੇ ਪੱਤਰਕਾਰ ਨੂੰ ਕਮਰੇ ਤੋਂ ਬਾਹਰ ਜਾਣ ਵਾਸਤੇ ਵੀ ਕਿਹਾ। ਦੱਸ ਦਈਏ ਕਿ 4 ਦਰਜਨ ਦੇ ਕਰੀਬ ਪ੍ਰਦਰਸ਼ਨ ਕਰਨ ਵਾਲੇ ਕਨਵੈਨਸ਼ਨ ਸੈਂਟਰ ਦੇ ਬਾਹਰ ਇਕੱਠੇ ਹੋਏ ਅਤੇ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਿਲਾਫ ਆਪਣੀ ਭੜਾਸ ਕੱਢੀ। ਉਹਨਾਂ ਨੇ ਟਰੂਡੋ ਖਿਲਾਫ ਨਾਅਰੇ ਵੀ ਲਗਾਏ ਅਤੇ ਹਾਰਨ ਵਜਾ ਕੇ ਗੁੱਸਾ ਪ੍ਰਗਟ ਕਰਦੇ ਹੋਏ ਦਿਖਾਈ ਦਿੱਤੇ। ਇੱਕ ਪ੍ਰਦਰਸ਼ਨ ਕਰਨ ਵਾਲੇ ਨੇ ਕਿਹਾ ਕਿ ਸਾਨੂੰ ਨਹੀਂ ਪਸੰਦ ਜਿਸ ਤਰ੍ਹਾਂ ਉਹ ਕੈਨੇਡਾ ਨੂੰ ਚਲਾ ਰਹੇ ਨੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀ ਓਨਟਾਰੀਓ ਤੋਂ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ NDP ਲੀਡਰ ਜਗਮੀਤ ਸਿੰਘ ਨੂੰ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ। ਜਗਮੀਤ ਸਿੰਘ ਓਨਟਾਰੀਓ ਚੋਣਾਂ ਸੰਬੰਧੀ NDP ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਗਏ ਸਨ, ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦੇ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ। ਕੈਨੇਡਾ ਸਰਕਾਰ ਵੱਲੋਂ ਯੂਕਰੇਨ ਵਾਸਤੇ ਵੱਡੀ ਮਦਦ ਦਾ ਐਲਾਨ ਕੀਤਾ ਗਿਆ। $98 ਮਿਲੀਅਨ ਦੀ ਮਦਦ ਵਾਸਤੇ ਜਾਣਕਾਰੀ ਸਾਹਮਣੇ ਆਈ, ਜਿਸ ਦੀ ਜਾਣਕਾਰੀ ਜਿਹੜੀ ਹੈ ਉਹ ਡਿਫੈਂਸ ਮਿਨਿਸਟਰ ਅਨੀਤਾ ਆਨੰਦ ਵੱਲੋਂ ਦਿੱਤੀ ਗਈ। ਕੈਨੇਡਾ ਵੱਲੋਂ ਯੂਕਰੇਨ ਦੀ ਇੱਕ ਵਾਰ ਫਿਰ ਤੋਂ ਮਦਦ ਦਾ ਵੱਡਾ ਐਲਾਨ ਕੀਤਾ ਗਿਆ। ਕੈਨੇਡਾ ਵੱਲੋਂ ਯੂਕਰੇਨ ਵਾਸਤੇ $98 ਮਿਲੀਅਨ ਦੀ ਕੁਝ ਹਥਿਆਰ ਭੇਜਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਯੂਕਰੇਨ ਅਤੇ ਰਸ਼ੀਆ ਵਿਚਕਾਰ ਲੱਗੀ ਹੋਈ ਜੰਗ ਨੂੰ 3 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ, ਜਿਸ ਤੋਂ ਬਾਅਦ ਡਿਫੈਂਸ ਮਿਨਿਸਟਰ ਅਨੀਤਾ ਆਨੰਦ ਵੱਲੋਂ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ। ਅਨੀਤਾ ਆਨੰਦ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਯੂਕਰੇਨ ਨੂੰ 20,000 ਦੇ ਕਰੀਬ ਹਥਿਆਰ ਭੇਜੇ ਜਾਣਗੇ। ਇਸ ਵਿੱਚ ਫਿਊਜ਼ਸ ਅਤੇ ਚਾਰਜ ਬੈਗਸ ਵੀ ਸ਼ਾਮਿਲ ਹੋਣਗੇ।
ਰੱਖਿਆ ਮੰਤਰੀ ਵੱਲੋਂ ਇਸ ਬਾਰੇ ਹੋਰ ਕੀ ਡਿਟੇਲ ਸਾਂਝੀ ਕੀਤੀ ਗਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। I am here to announce the next package of Canadian military aid to Ukraine. I can confirm that Canada has purchased over 20,000 rounds of 155mm artillery, which is NATO's standard artillery caliber. This package will also include fuses and charge bags at a cost of up to $98 million. These rounds are compatible with artillery guns provided by Canada and our allies, including the M777 howitzers that we have donated and which will be crucial in Ukraine's current fight to defend its eastern territory. Work is already underway to deliver this aid to Ukraine as quickly as possible. Canada's military aid to Ukraine has been comprehensive. We have supplied Ukraine with small arms, specialized equipment like cameras for military drones, armored vehicles, and the heavy artillery guns I mentioned, namely M777 howitzers. And Canada has trained Ukrainian forces in the use of these heavy artillery guns, building on the strong relationships our forces developed with their Ukrainian counterparts through Operation Unifier. Canadian aid continues to flow into Ukraine, and we are working around the clock to identify and provide even more military aid to Ukraine with the $500 million that we announced in budget 2022 for this purpose. ਕਈ ਸੂਬਿਆਂ ਵੱਲੋਂ PNP ਡਰਾ ਕੱਢੇ ਗਏ, ਜਿਸ ਵਿੱਚ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਈ। ਨਾ ਸੂਬਿਆਂ ਵੱਲੋਂ ਡਿਟੇਲ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕਿੰਨੇ ਉਮੀਦਵਾਰਾਂ ਨੂੰ ਸੱਦੇ ਮਿਲੇ। ਕੈਨੇਡਾ ਤੋਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆਈ, ਜਿੱਥੇ ਵੱਖ-ਵੱਖ ਸੂਬਿਆਂ ਵੱਲੋਂ ਕੱਢੇ ਗਏ ਡਰਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੈਨੇਡਾ ਦੇ ਕਈ ਸੂਬਿਆਂ ਵੱਲੋਂ PNP ਡਰਾ ਕੱਢੇ ਗਏ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਹੋਏ। ਕਿਊਬੈਕ, ਬ੍ਰਿਟਿਸ਼ ਕੋਲੰਬੀਆ, ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਜਿਹੜੇ ਡਰਾ ਕੱਢੇ ਗਏ ਉਸ ਬਾਰੇ ਨਤੀਜੇ ਸਾਂਝੇ ਕੀਤੇ ਗਏ ਹਨ। ਕਿਊਬੈਕ ਸੂਬੇ ਵੱਲੋਂ 5 ਮਈ ਨੂੰ ਡਰਾ ਕੱਢਿਆ ਗਿਆ, ਜਿੱਥੇ ਕਿਊਬੈਕ ਰੈਗੂਲਰ ਸਕਿਲਡ ਵਰਕਰ ਪ੍ਰੋਗਰਾਮ ਰਾਹੀਂ 30 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਜਿਹੜੇ ਉਮੀਦਵਾਰਾਂ ਨੂੰ ਸੱਦੇ ਹਾਸਿਲ ਹੋਏ, ਉਹਨਾਂ ਦੀ ਪ੍ਰੋਫਾਈਲ ਅਰੀਮਾ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਵਿੱਚ ਸੀ। ਇਸ ਤੋਂ ਇਲਾਵਾ ਇਹਨਾਂ ਉਮੀਦਵਾਰਾਂ ਲਈ ਜ਼ਰੂਰੀ ਸੀ ਕਿ ਮੌਂਟਰੀਅਲ ਤੋਂ ਬਾਹਰ ਦਾ ਉਹਨਾਂ ਕੋਲ ਵੈਲਿਡ ਜੌਬ ਆਫਰ ਹੋਵੇ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਵੀ ਡਰਾ ਕੱਢਿਆ ਗਿਆ। ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਦਾ ਐਲਾਨ 17 ਮਈ ਨੂੰ ਕੀਤਾ ਗਿਆ, ਜਿੱਥੇ 175 ਤੋਂ ਵੱਧ ਬ੍ਰਿਟਿਸ਼ ਕੋਲੰਬੀਆ ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। 154 ਉਮੀਦਵਾਰ ਉਹ ਸਨ ਜਿਨ੍ਹਾਂ ਨੂੰ ਜਨਰਲ ਡਰਾ ਰਾਹੀਂ ਸੱਦੇ ਹਾਸਿਲ ਹੋਏ। ਇਹ ਉਮੀਦਵਾਰ ਸਕਿਲਡ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ ਅਤੇ ਐਂਟਰੀ ਲੈਵਲ ਐਂਡ ਸੈਮੀ ਸਕਿਲਡ ਸਬ ਕੈਟਾਗਰੀਜ਼ ਵਿੱਚ ਸਨ। ਇਸ ਵਾਸਤੇ ਉਮੀਦਵਾਰਾਂ ਲਈ ਜ਼ਰੂਰੀ ਸੀ ਕਿ ਉਹਨਾਂ ਕੋਲ 77 ਤੋਂ 123 ਦੇ ਵਿਚਕਾਰ ਸਕੋਰਸ ਹੋਣ। ਦੱਸ ਦਈਏ ਕਿ ਸੂਬੇ ਵੱਲੋਂ 2 ਅਲੱਗ-ਅਲੱਗ ਡਰਾ ਕੱਢੇ ਜਾਂਦੇ ਨੇ, ਜਿਸ ਵਿੱਚ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਪ੍ਰਿੰਸ ਐਡਵਰਡ ਆਈਲੈਂਡ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਦਾ ਐਲਾਨ 20 ਮਈ ਨੂੰ ਕੀਤਾ ਗਿਆ, ਜਿਸ ਵਿੱਚ 153 ਉਮੀਦਵਾਰਾਂ ਦੀ ਕਿਸਮਤ ਜਾਗੀ। ਇਹਨਾਂ ਵਿੱਚ ਜ਼ਿਆਦਾਤਰ ਉਹ ਉਮੀਦਵਾਰ ਰਹੇ ਜਿਹੜੇ ਐਕਸਪ੍ਰੈਸ ਐਂਟਰੀ ਅਤੇ ਲੇਬਰ ਇੰਪੈਕਟ ਕੈਂਡੀਡੇਟ ਸਨ। ਇਸ ਤਰ੍ਹਾਂ ਦੇ ਕੁੱਲ 137 ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ। 16 ਬਿਜ਼ਨਸ ਇੰਪੈਕਟ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਜ਼ਰੂਰੀ ਸੀ ਕਿ ਇਹਨਾਂ ਕੋਲ 62 ਪੁਆਇੰਟਸ ਹੋਣ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸੂਬੇ ਲਗਾਤਾਰ ਡਰਾ ਐਲਾਨ ਕਰ ਰਹੇ ਨੇ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਰਹੇ ਨੇ। ਇਸ ਹਫ਼ਤੇ ਐਕਸਪ੍ਰੈਸ ਐਂਟਰੀ ਡਰਾ ਦਾ ਐਲਾਨ ਕੀਤਾ ਗਿਆ। PNP ਸਪੈਸੀਫਿਕ ਡਰਾ ਕੱਢਿਆ ਗਿਆ, ਜਿਸ ਵਿੱਚ 500 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ। ਇਸ ਤੋਂ ਪਹਿਲਾਂ ਜਿਹੜਾ ਡਰਾ ਕੱਢਿਆ ਗਿਆ ਸੀ, ਉਸ ਵਿੱਚ ਵੀ 500 ਤੋਂ ਵੱਧ ਹੀ ਸੱਦੇ ਦਿੱਤੇ ਗਏ ਸਨ। IRCC ਵੱਲੋਂ ਐਕਸਪ੍ਰੈਸ ਐਂਟਰੀ ਡਰਾ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਘੱਟ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ। ਵਿਭਾਗ ਵੱਲੋਂ PNP ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾ ਕੱਢਿਆ ਗਿਆ। ਇਸ ਤੋਂ ਪਹਿਲਾਂ ਜਿਹੜੇ IRCC ਵੱਲੋਂ ਡਰਾ ਕੱਢੇ ਗਏ, ਉਹਨਾਂ ਦੀ ਤੁਲਨਾ ਵਿੱਚ ਇਸ ਵਾਰ ਘੱਟ ਉਮੀਦਵਾਰਾਂ ਨੂੰ ਸੱਦੇ ਮਿਲੇ ਨੇ। ਇਸ ਤੋਂ ਪਹਿਲਾਂ ਜਿਹੜਾ ਡਰਾ ਕੱਢਿਆ ਗਿਆ ਸੀ, ਉਸ ਵਿੱਚ ਵੀ 500 ਤੋਂ ਵੱਧ ਹੀ ਉਮੀਦਵਾਰਾਂ ਨੂੰ ਸੱਦੇ ਹਾਸਿਲ ਹੋਏ ਸਨ। ਵਿਭਾਗ ਵੱਲੋਂ ਜਿਹੜਾ ਅੱਜ ਤਾਜ਼ਾ PNP ਸਪੈਸੀਫਿਕ ਡਰਾ ਕੱਢਿਆ ਗਿਆ, ਉਸ ਵਿੱਚ 599 ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਇਸ ਵਾਸਤੇ ਜ਼ਰੂਰੀ ਸੀ ਕਿ ਉਮੀਦਵਾਰਾਂ ਕੋਲ 741 ਮਿਨੀਮਮ ਸਕੋਰ ਹੋਣ।
ਇਸ ਤੋਂ ਪਹਿਲਾਂ ਜਿਹੜਾ IRCC ਵੱਲੋਂ ਡਰਾਅ ਕੱਢਿਆ ਗਿਆ ਸੀ ਉਸ ਵਿੱਚ 545 PNP ਕੈਂਡੀਡੇਟਸ ਨੂੰ ਸੱਦੇ ਦਿੱਤੇ ਗਏ ਤੇ ਉਹਨਾਂ ਨੂੰ ਇਸ ਡਰਾਅ ਵਿੱਚ 753 ਸਕੋਰਸ ਦੀ ਜ਼ਰੂਰਤ ਰਹੀ ਸੀ। ਕੋਰੋਨਾ ਪੈਂਡੈਮਿਕ ਕਾਰਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੱਡੇ ਡਰਾਅ ਨਹੀਂ ਕੱਢੇ ਜਾ ਰਹੇ। ਉਹਨਾਂ ਵੱਲੋਂ ਦਸੰਬਰ 2020 ਤੋਂ ਹੀ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਉਮੀਦਵਾਰਾਂ ਨੂੰ ਸੱਦੇ ਦੇਣ ਸੰਬੰਧੀ ਰੋਕ ਲਗਾ ਦਿੱਤੀ, ਭਾਵ ਕਿ ਉਹਨਾਂ ਵੱਲੋਂ ਵੱਡੇ ਡਰਾਅ ਐਲਾਨ ਨਹੀਂ ਕੀਤੇ ਜਾ ਰਹੇ ਸਨ। ਇਸ ਤੋਂ ਬਾਅਦ ਸਤੰਬਰ 2021 ਤੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਂਡੀਡੇਟਸ ਦੇ ਡਰਾਅ ਤੇ ਵੀ ਪੌਜ਼ ਲਗਾ ਦਿੱਤਾ ਗਿਆ। ਇਸ ਪਿੱਛੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਕਾਰਨ ਦੱਸਿਆ ਗਿਆ ਕਿ ਉਹ ਫਾਈਲਾਂ ਦਾ ਬੈਕਲੌਗ ਨਿਪਟਾਉਣ ਸੰਬੰਧੀ ਲੱਗੇ ਹੋਏ ਨੇ। ਦੇ ਨਾਲ ਹੀ ਹੁਣ ਇਮੀਗ੍ਰੇਸ਼ਨ ਮੰਤਰੀ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਜਲਦ ਵੱਡੇ ਡਰਾਅ ਕੱਢੇ ਜਾਣਗੇ, ਜਿਸ ਵਾਸਤੇ ਉਹਨਾਂ ਨੇ ਜੁਲਾਈ ਮਹੀਨੇ ਦੀ ਜਾਣਕਾਰੀ ਦਿੱਤੀ। IRCC ਵੱਲੋਂ ਇੱਕ ਅੰਕੜਾ ਵੀ ਸਾਂਝਾ ਕੀਤਾ ਗਿਆ, ਜਿਸ ਵਿੱਚ ਦੱਸਿਆ ਗਿਆ ਕਿ ਜਨਵਰੀ 1 ਤੋਂ ਲੈ ਕੇ 31 ਮਾਰਚ 2022 ਤੱਕ 1,56,000 ਨੂੰ PR ਦਿੱਤੀ ਗਈ। 2021 ਦੇ ਮੁਕਾਬਲੇ ਇਹ ਗਿਣਤੀ ਦੁੱਗਣੀ ਦੱਸੀ ਜਾ ਰਹੀ ਹੈ। ਹੈਲਥਕੇਅਰ ਸਿਸਟਮ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਲੇ ਨੇ। ਉਹਨਾਂ ਵੱਲੋਂ ਸੂਬੇ 'ਚ ਸ਼ਿਰਕਤ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਸਕੈਟੂਨ ਵਿੱਚ ਮੌਜੂਦ ਸਨ, ਜਿੱਥੇ ਉਹਨਾਂ ਨੇ ਹੈਲਥ ਕੇਅਰ ਦੀ ਗੱਲ ਕੀਤੀ। ਇਸ ਦੌਰਾਨ ਉਹ ਕੁਆਲਿਟੀ ਹੈਲਥ ਕੇਅਰ ਬਾਰੇ ਬੋਲਦੇ ਦਿਖਾਈ ਦਿੱਤੇ। ਉਹਨਾਂ ਕਿਹਾ ਕਿ ਇਸ ਕੁਆਲਿਟੀ ਹੈਲਥ ਕੇਅਰ ਤੱਕ ਹਰ ਕਿਸੇ ਦਾ ਐਕਸੈਸ ਹੋਣਾ ਚਾਹੀਦਾ ਹੈ, ਜਿਸ ਵਿੱਚ ਸੀਨੀਅਰਸ ਵੀ ਸ਼ਾਮਿਲ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਮੌਕੇ ਸਿਹਤ ਖੇਤਰ ਵਿੱਚ ਹੋਰ ਸੁਧਾਰ ਲਿਆਉਣ ਦੀ ਗੱਲ ਕੀਤੀ। ਉਹਨਾਂ ਨੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। Here at St. Anne's, the facility just upgraded its rooms and washrooms and made the building more accessible. That's good news for people who live here. As we recover from this pandemic, we must all continue to work together to improve care for our seniors. That's exactly why we're here today. We've reached an agreement with the Government of Saskatchewan. Through the Safe Long-Term Care Fund, the federal government will provide $32 million to the province to help improve care for seniors. This investment will support, for example, safer dining practices and increased cleaning and housekeeping. It'll also support enhanced screening protocols for staff. During the past years, I've had the opportunity to talk with many long-term care workers to thank them and hear their stories, but also their concerns. I know that for caregivers and managers here at St. Anne's, teamwork is at the center of everything you do to support residents. Well, our government will continue to be here for you because it's clear that better conditions of work for caregivers lead directly to better conditions of care for residents. Now, including Saskatchewan, our government has signed and announced agreements through the Safe Long-Term Care Fund with 9 provinces and territories: Saskatchewan, BC, New Brunswick, Newfoundland, Nova Scotia, Ontario, PEI, Yukon, and Northwest Territories. These investments are making a real difference for people and for caregivers. We're also continuing our work with the other provinces and territories to be there for seniors right across the country. One of the things that has characterized these past 2 difficult years is the extent to which Canadians have been there for each other. And we got reminded of that during the pandemic, but I know that we also know that that's the path forward as we deal with new challenges, as we continue, as this pandemic runs its course. We need to continue to be there to support each other, to listen to each other, to be there for each other, just like Canadians, particularly here in Saskatchewan, have always been there for their neighbors. ਟੈਕਸਸ ਦੇ ਵਿੱਚ ਹੋਏ ਗੋਲੀਬਾਰੀ ਦੇ ਹਮਲੇ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਵੱਲੋਂ ਵੀ ਹਥਿਆਰਾਂ ਸੰਬੰਧੀ ਸਖਤੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਾਲ ਹੀ ਵਿੱਚ ਇੱਕ ਸੰਕੇਤ ਦਿੱਤਾ ਗਿਆ ਕਿ ਜਲਦ ਇਸ ਬਾਰੇ ਐਲਾਨ ਹੋ ਜਾਵੇਗਾ ਤੇ ਹਥਿਆਰਾਂ ਸੰਬੰਧੀ ਸਖਤੀ ਕੀਤੀ ਜਾਵੇਗੀ। ਫੈਡਰਲ ਸਰਕਾਰ ਵੱਲੋਂ ਨਵਾਂ ਫਾਇਰਆਰਮ ਲੈਜਿਸਲੇਸ਼ਨ ਜਲਦ ਹੀ ਟੇਬਲ ਕੀਤਾ ਜਾਵੇਗਾ, ਜਿਸ ਬਾਰੇ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਮਾਰਕੋ ਮੈਡੀਸੀਨੋ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸੋਮਵਾਰ ਵਾਲੇ ਦਿਨ ਜਾਣੀ ਕਿ 30 ਮਈ ਨੂੰ ਟੇਬਲ ਕੀਤਾ ਜਾਵੇਗਾ। ਮੰਤਰੀ ਵੱਲੋਂ ਇਸ ਨਵੇਂ ਬਿੱਲ ਸੰਬੰਧੀ ਨੋਟਿਸ ਦਿੱਤਾ ਗਿਆ, ਜਿਸ ਨੂੰ ਐਨ ਐਕਟ ਟੂ ਅਮੈਂਡ ਸਰਟਨ ਐਕਟਸ ਐਂਡ ਟੂ ਮੇਕ ਸਰਟਨ ਕੌਨਸੀਕੁਐਂਸ਼ਨਲ ਅਮੈਂਡਮੈਂਟਸ ਦਾ ਟਾਈਟਲ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਸੰਕੇਤ ਦਿੱਤਾ ਗਿਆ ਸੀ ਕਿ ਹੁਣ ਸਰਕਾਰ ਵੱਲੋਂ ਨਵੀਂ ਗਨ ਕੰਟਰੋਲ ਮੈਸ਼ਰ ਸੰਬੰਧੀ ਕੁਝ ਕਦਮ ਚੁੱਕੇ ਜਾ ਰਹੇ ਨੇ। ਉਨ੍ਹਾਂ ਵੱਲੋਂ ਸੰਕੇਤ ਦਿੱਤਾ ਗਿਆ ਸੀ ਕਿ ਆਉਣ ਵਾਲੇ ਹਫ਼ਤਿਆਂ ਦੌਰਾਨ ਇਸ ਸੰਬੰਧੀ ਕੋਈ ਵੱਡਾ ਐਲਾਨ ਹੋਵੇਗਾ। ਹੁਣ ਜੋ ਨਵਾਂ ਬਿੱਲ ਲਿਆਂਦਾ ਜਾਵੇਗਾ, ਇਸ ਵਿੱਚ ਕਾਫੀ ਚੀਜ਼ਾਂ ਸ਼ਾਮਿਲ ਕੀਤੀਆਂ ਜਾਣਗੀਆਂ, ਜਿਸ ਵਿੱਚ
ਪ੍ਰੋਵਿੰਸਸ ਅਤੇ ਟੈਰੀਟਰੀਜ਼ ਨੂੰ ਫੰਡ ਦੇਣਾ ਵੀ ਸ਼ਾਮਲ ਹੋਵੇਗਾ, ਜਿੱਥੇ ਹੈਂਡਗਨਸ ਨੂੰ ਬੈਨ ਕਰਨ ਸੰਬੰਧੀ ਪ੍ਰੋਵਿੰਸਸ ਅਤੇ ਟੈਰੀਟਰੀਜ਼ ਨੂੰ ਫੰਡ ਦਿੱਤਾ ਜਾਵੇਗਾ। ਫਾਇਰਆਰਮ ਟ੍ਰੈਫਿਕਿੰਗ ਅਤੇ ਸਮਗਲਿੰਗ ਦੇ ਸੰਬੰਧ ਵਿੱਚ ਜ਼ਿਆਦਾ ਪੈਨਲਟੀਜ਼ ਲਗਾਉਣਾ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਦੱਸ ਦਈਏ ਕਿ ਪਿਛਲੇ ਦਿਨੀ ਟੈਕਸਸ ਤੋਂ ਇੱਕ ਮਾਸ ਸ਼ੂਟਿੰਗ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ 21 ਜਣਿਆਂ ਦੀ ਜਾਨ ਚਲੀ ਗਈ। ਹੁਣ ਇਸ ਤੋਂ ਬਾਅਦ ਕੈਨੇਡਾ ਵਿੱਚ ਵੀ ਗਨ ਕਲਚਰ ਸੰਬੰਧੀ ਕੁਝ ਖਾਸ ਕਦਮ ਚੁੱਕੇ ਜਾਣਗੇ, ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਸੰਕੇਤ ਦਿੱਤਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਫੈਰੀਜ਼ ਵੱਲੋਂ $10,000 ਦੀ ਸਾਈਨ-ਇਨ ਬੋਨਸ ਦਾ ਐਲਾਨ ਕੀਤਾ ਗਿਆ। ਸਕਿਲਡ ਵਰਕਰਸ ਨੂੰ ਆਕਰਸ਼ਿਤ ਕਰਨ ਵਾਸਤੇ ਇਹ ਕਦਮ ਚੁੱਕਿਆ ਜਾ ਰਿਹਾ ਹੈ। ਹੁਣ CEO ਅਤੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਜਿਹੜੇ ਸਕਿਲਡ ਵਰਕਰਸ ਨੇ ਉਹਨਾਂ ਨੂੰ ਭਰਤੀ ਕਰਨ ਵਿੱਚ ਸਮੱਸਿਆ ਆ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਫੈਰੀਜ਼ ਵੱਲੋਂ ਸਕਿਲਡ ਵਰਕਰਸ ਨੂੰ ਅਟਰੈਕਟ ਕਰਨ ਵਾਸਤੇ ਕੁਝ ਖਾਸ ਕਦਮ ਚੁੱਕੇ ਜਾ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਫੈਰੀਜ਼ ਵੱਲੋਂ ਹੁਣ ਸਕਿਲਡ ਵਰਕਰਸ ਨੂੰ ਆਕਰਸ਼ਿਤ ਕਰਨ ਵਾਸਤੇ $10,000 ਦਾ ਸਾਈਨ-ਇਨ ਬੋਨਸ ਆਫਰ ਕੀਤਾ ਜਾ ਰਿਹਾ ਹੈ। ਦਰਅਸਲ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਫੈਰੀਜ਼ ਨੂੰ ਕੁਝ ਜ਼ਰੂਰੀ ਇੰਜੀਨੀਅਰਿੰਗ ਪੋਜੀਸ਼ਨਸ ਭਰਨ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਹ $10,000 ਦਾ ਸਾਈਨ-ਇਨ ਬੋਨਸ ਆਫਰ ਕਰ ਰਹੇ ਨੇ। ਮੌਜੂਦਾ ਸਮੇਂ ਵਰਕਫੋਰਸ 5,400 ਤੋਂ ਜ਼ਿਆਦਾ ਹੈ, ਪਰ ਦੂਜੇ ਪਾਸੇ ਕੰਪਨੀ ਦੇ ਪ੍ਰੈਜ਼ੀਡੈਂਟ ਅਤੇ CEO ਕਹਿ ਰਹੇ ਨੇ ਕਿ ਜਿਹੜੀਆਂ ਸੀਨੀਅਰ ਰੋਲਸ ਨੇ ਉਹਨਾਂ ਨੂੰ ਭਰਨ ਵਿੱਚ ਕਾਫੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਖਾਸ ਤੌਰ ਦੇ ਉੱਪਰ ਲਾਇਸੈਂਸਡ ਅਤੇ ਸਰਟੀਫਾਈਡ ਰੋਲਸ ਸੰਬੰਧੀ ਉਨ੍ਹਾਂ ਨੂੰ ਦਿੱਕਤ ਆ ਰਹੀ ਹੈ। ਪ੍ਰੈਜ਼ੀਡੈਂਟ ਅਤੇ CEO ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਕਰਮਚਾਰੀਆਂ ਨੂੰ ਅਟਰੈਕਟ ਕਰਨਾ ਕਾਫੀ ਜ਼ਿਆਦਾ ਔਖਾ ਹੋ ਰਿਹਾ ਹੈ। ਇਸ ਸਮੇਂ ਬਹੁਤ ਸਾਰੀਆਂ ਸ਼ਿਪਿੰਗ ਕੰਪਨੀਆਂ ਅਜਿਹੀਆਂ ਨੇ ਜਿਨ੍ਹਾਂ ਨੂੰ ਸਪਲਾਈ ਚੇਨ ਚੈਲੰਜਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਹਰ ਕੋਈ ਚਾਹੁੰਦਾ ਹੈ ਕਿ ਉਹ ਨੌਕਰੀ ਤੇ ਕਰਮਚਾਰੀਆਂ ਨੂੰ ਰੱਖੇ। ਇੱਥੇ ਜਾਣਕਾਰੀ ਲਈ ਦੱਸ ਦਈਏ ਕਿ ਨਵੰਬਰ ਮਹੀਨੇ ਦੌਰਾਨ ਵਿਕਟੋਰੀਆ ਪੁਲਿਸ ਵੱਲੋਂ $20,000 ਦਾ ਸਾਈਨ-ਇਨ ਬੋਨਸ ਆਫਰ ਕੀਤਾ ਜਾ ਰਿਹਾ ਸੀ। ਇਹ ਉਹਨਾਂ ਵੱਲੋਂ ਐਕਸਪੀਰੀਐਂਸਡ ਪੁਲਿਸ ਆਫੀਸਰਸ ਵਾਸਤੇ ਸੀ ਤੇ ਇਸ ਤੋਂ ਬਾਅਦ ਉਹਨਾਂ ਨੂੰ ਕੁਝ ਹਫ਼ਤਿਆਂ ਵਿੱਚ ਹੀ 40 ਤੋਂ ਵੱਧ ਅਰਜ਼ੀਆਂ ਹਾਸਲ ਹੋਈਆਂ। ਇੱਥੇ ਦੱਸਣਯੋਗ ਹੈ ਕਿ ਸਟੈਟਿਸਟਿਕਸ ਕੈਨੇਡਾ ਵੱਲੋਂ ਅਪ੍ਰੈਲ ਮਹੀਨੇ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿੱਚ ਦੱਸਿਆ ਕਿ ਟੋਰਾਂਟੋ ਵਿੱਚ ਬੇਰੁਜ਼ਗਾਰੀ ਦਰ 6.3% ਦੇ ਉੱਪਰ ਹੈ। ਵੈਨਕੂਵਰ ਵਾਸਤੇ ਇਹ ਅੰਕੜਾ 5.4% ਤੇ ਕਿਲੋਨਾ ਵਾਸਤੇ 5.3% ਦਾ ਦੱਸਿਆ ਗਿਆ। ਨਨਾਈਮੋ ਵਿੱਚ ਅਨਇੰਪਲੋਇਮੈਂਟ ਰੇਟ 4.5%, ਵਿਕਟੋਰੀਆ ਵਿੱਚ 4.4% ਦੱਸਿਆ ਗਿਆ। ਹੁਣ ਵੱਖ-ਵੱਖ ਸੈਕਟਰਸ ਦੇ ਵਿੱਚ ਜੋ ਲੇਬਰ ਦੀ ਘਾਟ ਨਜ਼ਰ ਆ ਰਹੀ ਹੈ, ਉਸ ਨੂੰ ਵੀ ਪੂਰਾ ਕਰਨ ਸੰਬੰਧੀ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। ਇਸੇ ਕੜੀ ਤਹਿਤ ਹੀ ਬ੍ਰਿਟਿਸ਼ ਕੋਲੰਬੀਆ ਫੈਰੀਜ਼ ਵੱਲੋਂ ਇਹ ਦੱਸਿਆ ਗਿਆ ਕਿ ਕਿਵੇਂ ਉਹਨਾਂ ਨੂੰ ਸਕਿਲਡ ਵਰਕਰਸ ਹਾਇਰ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੱਕਾ, ਹੱਕਾਂ ਵਾਸਤੇ ਸੜਕਾਂ ਤੇ ਉਤਰੇ ਵਿਦਿਆਰਥੀ। ਸਪਾਊਸ ਵੀਜ਼ਾ ਵਾਲਿਆਂ ਲਈ ਵੱਡੀ ਅਪਡੇਟ, 64,000 ਸਪਾਊਸ ਆਏ ਕੈਨੇਡਾ। ਮਹਿੰਗਾਈ ਨੇ ਕੀਤੇ ਕੈਨੇਡਾ ਵਾਸੀ ਔਖੇ, ਕਈਆਂ ਵਾਸਤੇ ਘਰ ਦਾ ਗੁਜ਼ਾਰਾ ਹੋਇਆ ਔਖਾ। ਸਪਾਊਸ ਵੀਜ਼ਾ ਵਾਲੇ ਕਰਨ ਕਿੰਨਾ ਇੰਤਜ਼ਾਰ, ਫਾਈਲਾਂ ਦੀ ਆਈ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।